So, dear students, before starting with our next topic, which is organization, we will discuss about the last topic of management, that is principles of management. So, either regarding Henry Fayol, a famous industrialist of France, has described 14 principles in his book General and Industrial Management. ਸੋ ਇਹ 14 ਪ੍ਰਿੰਸੀਪਲਸ ਕੀ ਨੇ ਇਹਨਾਂ ਬਾਰੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਿੰਸੀਪਲ ਹੈ ਡਿਵੀਜ਼ਨ ਆਫ ਵਰਕ। ਡਿਵੀਜ਼ਨ ਆਫ ਵਰਕ ਦੀ ਗੱਲ ਕਰਦੇ ਹਾਂ। ਉਸਨੇ ਆਪਣੀ ਬੁੱਕ ਦੇ ਵਿੱਚ ਇਲਸਟ੍ਰੇਟ ਕੀਤਾ ਹੈ ਕਿ ਜਿਹੜੀ ਜੌਬ ਹੈ ਕਿਸੇ ਵੀ ਤਰ੍ਹਾਂ ਦੀ ਉਹਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ ਐਂਡ ਸਬ ਡਿਵਾਈਡ ਕਰ ਸਕਦੇ ਹਾਂ ਐਂਡ ਪਰਸਨਸ ਦੀ ਐਕਸਪਰਟੀਜ਼ ਐਂਡ ਕੈਪੇਬਿਲਿਟੀ ਦੇ ਹਿਸਾਬ ਦੇ ਨਾਲ। ਫੋਰ ਐਗਜ਼ਾਮਪਲ ਲੈਟ ਅਸ ਸਪੋਜ਼ ਕਿ ਇੱਕ ਫਰਨੀਚਰ ਮੈਨੂਫੈਕਚਰ ਨੂੰ ਆਰਡਰ ਮਿਲਿਆ ਹੈ 50 ਲੈਕਚਰ ਸਟੈਂਡਸ ਦਾ ਐਂਡ ਉਹਦੇ ਕੋਲ 5 ਵਰਕਰਸ ਨੇ ਇਸ ਜੌਬ ਨੂੰ ਪਰਫਾਰਮ ਕਰਨ ਦੇ ਲਈ। ਸੋ ਦੇਰ ਆਰ 2 ਵੇਜ਼ ਟੂ ਕੰਪਲੀਟ ਦੀ ਆਰਡਰ। ਇੱਕ ਹੈ ਹਰ ਵਰਕਰ ਨੂੰ ਕਹਿਣਾ ਕਿ ਉਹ 10 ਸਟੈਂਡਸ ਨੂੰ ਬਣਾਵੇ, ਜਾਂ ਫਿਰ ਸੈਕਿੰਡ ਮੈਥਡ ਹੈ ਡਿਫਰੈਂਟ ਪਾਰਟਸ ਨੂੰ ਸਟੈਂਡ ਦੇ ਵਿੱਚ ਡਿਵਾਈਡ ਕਰਨਾ। ਜਿੱਦਾਂ ਮੰਨ ਲਓ ਟੇਬਲ ਸਟੈਂਡ ਹੈ ਜਾਂ ਲੈਕਚਰ ਸਟੈਂਡ ਹੈ, ਉਹਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਤੇ ਹਰੇਕ ਪਾਰਟ ਨੂੰ ਹਰੇਕ ਵਰਕਰ ਨੂੰ ਬਣਾਉਣ ਦੇ ਲਈ ਕਹਿ ਦੇਣਾ। ਇਹਦੇ ਨਾਲ ਕੀ ਹੋਏਗਾ, ਹਰੇਕ ਵਰਕਰ ਹੈ ਜਿਹੜਾ, ਫੋਰ ਐਗਜ਼ਾਮਪਲ ਇੱਕ ਵਰਕਰ ਸਿਰਫ ਔਰ ਸਿਰਫ ਲੈਗਸ ਬਣਾਏਗਾ, ਠੀਕ ਹੈ। ਸੋ 50 ਦੇ 50 ਲੈਕਚਰ ਸਟੈਂਡਸ ਦੇ ਲਈ ਉਹ ਲੈਗਸ ਹੀ ਪ੍ਰਪੇਅਰ ਕਰੇਗਾ। ਸਿਮਿਲਰਲੀ ਦੂਸਰਾ ਵਰਕਰ ਹੈ ਜੋ ਉਹ ਸੈਂਟਰ ਸਪੋਰਟ ਬਣਾਏਗਾ। ਸੋ ਸੈਂਟਰ ਸਪੋਰਟ ਹੈ ਜਿਹੜੀ ਉਹ 50 ਦੇ 50 ਲੈਕਚਰ ਸਟੈਂਡ ਦੇ ਲਈ ਬਣੇਗੀ। ਸੋ ਆਫਟਰ ਆਲ ਐਟ ਦੀ ਐਂਡ ਕੀ ਹੋਏਗਾ, ਉਸ ਸਾਰੇ ਸਟੈਂਡ ਨੂੰ ਅਸੈਂਬਲ ਕਰ ਦਿੱਤਾ ਜਾਏਗਾ। ਸੋ ਇੱਕ ਇਹ ਅਪਰੋਚ ਹੈ ਡਿਵੀਜ਼ਨ ਆਫ ਵਰਕ ਦੀ। ਸੋ ਇਹਦੇ ਨਾਲ ਬੈਨੀਫਿਟ ਕੀ ਹੋਏਗਾ, ਵਰਕਰ ਨੂੰ ਐਕਸਪੀਰੀਅੰਸ ਵੀ ਮਿਲੇਗਾ ਇੱਕ ਹੀ ਤਰ੍ਹਾਂ ਦਾ ਜੌਬ ਪਰਫਾਰਮ ਕਰਨ ਦੇ ਲਈ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਅਥਾਰਟੀ ਦੀ। ਅਥਾਰਟੀ ਦਾ ਮਤਲਬ ਹੈ ਕਿ ਅਗਰ ਇੱਕ ਪਰਸਨ ਨੂੰ ਰਿਸਪੌਂਸਿਬਿਲਿਟੀ ਦਿੱਤੀ ਜਾਏ ਕਿਸੇ ਜੌਬ ਨੂੰ ਪਰਫਾਰਮ ਕਰਨ ਦੇ ਲਈ ਤੇ ਉਹਨੂੰ ਆਪ ਨੂੰ ਵੀ ਰਿਸਪੌਂਸਿਬਲ ਬਣਾਇਆ ਜਾਏ। ਲਾਈਕ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ, CEO ਆਫ ਕੰਪਨੀ ਹੈ, ਉਹਨੇ ਸੇਲਸ ਮੈਨੇਜਰ ਦੇ ਸੇਲਸ ਟਾਰਗੇਟ ਨੂੰ ਡਬਲ ਕਰ ਦਿੱਤਾ ਹੈ ਐਂਡ ਇਨ ਕੇਸ ਅਗਰ ਇਹ ਸੇਲਸ ਟਾਰਗੇਟ ਅਚੀਵ ਨਹੀਂ ਹੁੰਦਾ ਤੇ ਸੇਲਸ ਮੈਨੇਜਰ ਹੈ ਜਿਹੜਾ ਉਹਦੇ ਲਈ ਰਿਸਪੌਂਸਿਬਲ ਹੋਏਗਾ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਡਿਸਿਪਲਿਨ ਦੀ। ਡਿਸਿਪਲਿਨ ਦਾ ਮਤਲਬ ਹੈ ਸਿੰਸੈਰਿਟੀ ਦਿਖਾਣਾ, ਸੀਨੀਅਰਸ ਦੇ ਕਮਾਂਡਸ ਨੂੰ, ਸੀਨੀਅਰਸ ਦੇ ਆਰਡਰਸ ਨੂੰ ਓਬੇ ਕਰਨਾ, ਅਥਾਰਟੀ ਦੀ ਰਿਸਪੈਕਟ ਕਰਨਾ। ਇਸ ਚੀਜ਼ ਨੂੰ ਐਸਟੈਬਲਿਸ਼ ਕਰਨ ਦੇ ਲਈ ਇੱਕ ਅੱਛਾ ਸੁਪਰਵਿਜ਼ਨ ਹੋਣਾ ਬਹੁਤ ਜ਼ਰੂਰੀ ਹੈ। ਨੈਕਸਟ ਇਜ਼ ਯੂਨਿਟੀ ਆਫ ਕਮਾਂਡ। ਯੂਨਿਟੀ ਆਫ ਕਮਾਂਡ ਦਾ ਮਤਲਬ ਹੈ ਕਿ ਇੱਕ ਟਾਈਮ ਤੇ ਇੱਕ ਹੀ ਮੈਨੇਜਰ ਹੋਵੇ ਜਿਹੜਾ ਇੰਪਲੋਇਜ਼ ਨੂੰ ਕਮਾਂਡ ਦੇਵੇ, ਬਜਾਏ ਇਹਦੇ ਕਿ ਮਲਟੀਪਲ ਮੈਨੇਜਰਸ ਆ ਕੇ ਆਪਣੇ ਅਕੋਰਡਿੰਗ ਆਪਣੀਆਂ ਕਮਾਂਡਸ ਦੇਣ। ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਯੂਨਿਟੀ ਆਫ ਡਾਇਰੈਕਸ਼ਨ ਦੀ। ਇਹਦਾ ਮਤਲਬ ਹੈ ਪਲਾਨ ਸਿਰਫ ਇੱਕ ਹੋਣਾ ਚਾਹੀਦਾ ਹੈ ਕਾਫੀ ਨੰਬਰ ਆਫ ਐਕਟੀਵਿਟੀਜ਼ ਦੇ ਲਈ। ਐਗਜ਼ਾਮਪਲ ਇੱਕ ਆਟੋਮੋਬਾਈਲ ਕੰਪਨੀ ਹੈ, ਉਹ 2 ਪ੍ਰੋਡਕਟਸ ਨੂੰ ਮੈਨੂਫੈਕਚਰ ਕਰਦੀ ਹੈ ਲਾਈਕ ਸਕੂਟਰ ਐਂਡ ਕਾਰਸ। ਹੁਣ ਹਰ ਪ੍ਰੋਡਕਟ ਦੀ ਆਪਣੀ ਹੀ ਮਾਰਕੀਟ ਹੈ ਤੇ ਉਹਦੀਆਂ ਆਪਣੀਆਂ ਹੀ ਪ੍ਰੋਬਲਮਸ ਨੇ। ਸੋ ਡਿਵੀਜ਼ਨ ਦਾ ਆਪਣਾ ਹੀ ਟਾਰਗੇਟ ਹੋਣਾ ਚਾਹੀਦਾ ਹੈ। ਸੋ ਹਰ ਡਿਵੀਜ਼ਨ ਦਾ ਇੱਕ ਪਲਾਨ ਹੋਣਾ ਚਾਹੀਦਾ ਹੈ ਐਜ਼ ਪਰ ਇਨਵਾਇਰਮੈਂਟਲ ਕੰਡੀਸ਼ਨਸ, ਤਾਂ ਕਿ ਬੈਟਰ ਰਿਜ਼ਲਟਸ ਮਿਲ ਸਕਣ। ਨਾ ਕਿ ਕਾਰ ਦੀ ਮਾਰਕੀਟ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਦੂਸਰੇ ਪ੍ਰੋਡਕਟ ਦੀ ਮੈਨੇਜਮੈਂਟ ਐਫਰਟ ਕਰੇ ਤੇ ਉਸ ਐਫਰਟ ਨੂੰ ਵੇਸਟ ਕਰੇ। ਨੈਕਸਟ ਇਜ਼ ਫੇਅਰ ਰੈਮੂਨਰੇਸ਼ਨ ਟੂ ਇੰਪਲੋਇਜ਼। ਇਹਦਾ ਮਤਲਬ ਹੈ ਵਰਕਰ ਨੂੰ ਫੇਅਰ ਮੀਨਸ ਆਫ ਸੈਲਰੀ ਦਿੱਤੀ ਜਾਵੇ ਤਾਂ ਕਿ ਜੋ ਜੋਬ ਉਹ ਪਰਫਾਰਮ ਕਰ ਰਹੇ ਨੇ ਇੰਡਸਟਰੀ ਲਈ ਉਹਦੇ ਵਿੱਚ ਉਹ ਸੈਟਿਸਫਾਈਡ ਹੋਣ। ਵੇਜਿਸ ਨੂੰ ਡਿਟਰਮਾਈਨ ਕਰਨ ਲਈ ਕਾਫੀ ਸਾਰੇ ਫੈਕਟਰਸ ਦੇਖੇ ਜਾਂਦੇ ਆ, ਲਾਈਕ ਕਾਸਟ ਆਫ ਲਿਵਿੰਗ। ਅੱਜ ਕੱਲ੍ਹ ਲਿਵਿੰਗ ਦੀ ਕਾਸਟ ਕੀ ਹੈ, ਵਰਕ ਅਸਾਈਨਡ, ਉਹਨੂੰ ਕਿਸ ਤਰ੍ਹਾਂ ਦਾ ਵਰਕ ਦਿੱਤਾ ਗਿਆ ਹੈ, ਫਾਈਨੈਂਸ਼ੀਅਲ ਪੋਜੀਸ਼ਨ ਆਫ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਵੇਜ ਰੇਟ ਕੀ ਹੈ, ਇਹ ਸਭ ਫੈਕਟਰਸ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ। ਨੈਕਸਟ ਇਜ਼ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਦਾ ਮਤਲਬ ਹੈ ਇੱਕ ਹੀ ਸੈਂਟਰ ਜਿੱਥੋਂ ਸਾਰੇ ਦੇ ਸਾਰੇ ਟਾਸਕ ਜਿਹੜੇ ਜੌਬਸ ਹੈ ਉਹਨੂੰ ਹੈਂਡਲ ਕੀਤਾ ਜਾਵੇ। ਐਂਡ ਡੀਸੈਂਟਰਲਾਈਜੇਸ਼ਨ ਦਾ ਮਤਲਬ ਹੈ ਡਿਸਪੋਜ਼ਲ ਆਫ ਡਿਸੀਜਨ ਮੇਕਿੰਗ ਟੂ ਆਲ ਦੀ ਲੈਵਲਸ। ਬਟ ਜਿਹੜੀ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਨੰਬਰ ਆਫ ਫੈਕਟਰਸ ਤੇ ਡਿਪੈਂਡ ਕਰਦੀ ਹੈ, ਲਾਈਕ ਸਾਈਜ਼ ਆਫ ਬਿਜ਼ਨਸ ਕੀ ਹੈ ਤੇ ਐਕਸਪੀਰੀਅੰਸ ਆਫ ਸੁਪੀਰੀਅਰਸ ਕੀ ਹੈ, ਡਿਪੈਂਡੇਬਿਲਿਟੀ ਕੀ ਹੈ,
एबिलिटी की है। एग्जांपल लाइक अगर एक स्मॉल साइज इंडस्ट्री है, उस इंडस्ट्री ਦੇ ਵਿੱਚ ਸੈਂਟਰਲਾਈਜੇਸ਼ਨ ਹੈ ਜਿਹੜੀ ਉਹ ਕੰਮ ਆ ਸਕਦੀ ਹੈ, ਬਟ ਇਹ ਸੈਂਟਰਲਾਈਜੇਸ਼ਨ ਵੱਡੀਆਂ ਇੰਡਸਟਰੀਜ਼ ਦੇ ਵਿੱਚ ਕੰਮ ਨਹੀਂ ਆ ਸਕਦੀ। ਵੱਡੀਆਂ ਇੰਡਸਟਰੀਜ਼ ਦੇ ਵਿੱਚ ਡੀਸੈਂਟਰਲਾਈਜੇਸ਼ਨ ਅਪਰੋਚ ਨੂੰ ਹੀ ਪ੍ਰੈਫਰ ਕੀਤਾ ਜਾਂਦਾ ਹੈ। ਨੈਕਸਟ ਇਜ਼ ਆਰਡਰ। ਆਰਡਰ ਦਾ ਮਤਲਬ ਹੈ ਥਿੰਗਸ ਨੂੰ ਤੇ ਟਾਸਕ ਨੂੰ ਸਿਸਟਮੈਟਿਕ ਵੇ ਦੇ ਨਾਲ ਅਰੇਂਜ ਕਰਨਾ। ਸੋ ਫਾਈਲ ਨੇ ਇਹਦੇ ਅਕੋਰਡਿੰਗ ਹਰ ਐਂਟਰਪ੍ਰਾਈਜ਼ ਦੇ ਫਾਈਲ ਦੇ ਅਕੋਰਡਿੰਗ ਹਰ ਐਂਟਰਪ੍ਰਾਈਜ਼ ਦੇ ਕੋਲ ਦੋ ਡਿਫਰੈਂਟ ਆਰਡਰ ਜ਼ਰੂਰ ਹੋਣੇ ਚਾਹੀਦੇ ਨੇ। ਵਨ ਇਜ਼ ਮਟੀਰੀਅਲ ਆਰਡਰ for social resources and second is social order for human resources। so order ਦਾ principle ਹੈ ਉਹਦੇ according right person should be placed at right job and right thing should be placed at right place। ਸਹੀ ਜਿਹੜੀ ਚੀਜ਼ ਹੈ ਉਹਨੂੰ ਸਹੀ ਜਗ੍ਹਾ ਰੱਖਿਆ ਜਾਵੇ। ਸੋ ਇਹਨਾਂ ਦੋ ਚੀਜ਼ਾਂ ਨੂੰ ਮੇਨਟੇਨ ਕਰਕੇ ਅਸੀਂ ਇਨਸ਼ੋਰ ਕਰ ਸਕਦੇ ਹਾਂ ਕਿ ਐਵਰੀਬਡੀ ਨੋਜ਼ ਹਿਜ਼ ਵਰਕਪਲੇਸ, ਉਹ ਉਸ ਜਗ੍ਹਾ ਕਿਸ ਜੋਬ ਲਈ ਹੈ ਤੇ ਉਸਨੂੰ ਆਪਣਾ ਰਿਕੁਆਇਰਡ ਮਟੀਰੀਅਲ ਕਿਸ ਜਗ੍ਹਾ ਤੋਂ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਆਰਡਰ ਦੀ ਹੈਲਪ ਦੇ ਨਾਲ ਅਚੀਵ ਕਰ ਸਕਦੇ ਹਾਂ। ਸੋ ਨੈਕਸਟ ਇਜ਼ ਇਕੁਇਟੀ। ਇਕੁਇਟੀ ਦਾ ਮਤਲਬ ਹੈ ਫੇਅਰ ਮੀਨਸ ਕਾਈਂਡਨੈਸ ਤੇ ਜਸਟਿਸ ਕਰਨਾ ਇਕੁਅਲੀ। ਸੋ ਇਹ ਪ੍ਰਿੰਸੀਪਲ ਦੱਸਦਾ ਹੈ ਕਿ ਮੈਨੇਜਰਸ ਨੂੰ ਇੰਪਾਰਸ਼ਲੀ ਫੇਅਰ ਰਹਿਣਾ ਚਾਹੀਦਾ ਹੈ। ਅਗਰ ਇੱਕ ਐਗਜ਼ਾਮਪਲ ਦੀ ਗੱਲ ਕਰੀਏ, ਇੱਕ ਲੇਬਰ ਹੈ ਜੋ 5 ਯੂਨਿਟ ਕੰਪਲੀਟ ਕਰਦੀ ਹੈ ਇੱਕ ਦਿਨ ਦੇ ਵਿੱਚ ਐਂਡ ਅਦਰ ਲੇਬਰ ਜੋ ਕਿ ਮੈਨੇਜਰ ਦੀ ਰਿਲੇਟਿਵ ਹੈ ਉਹ ਇੱਕ ਹੀ ਦਿਨ ਦੇ ਵਿੱਚ ਸਿਰਫ ਔਰ ਸਿਰਫ 3 ਯੂਨਿਟ ਕੰਪਲੀਟ ਕਰਦੀ ਹੈ, ਬਟ ਦੋਨਾਂ ਨੂੰ ਸੈਲਰੀ ਸੇਮ ਮਿਲਦੀ ਹੈ। ਸੋ ਇੱਦਾਂ ਦੀਆਂ ਗੱਲਾਂ ਇਕੁਇਟੀ ਦੇ ਪ੍ਰਿੰਸੀਪਲਸ ਨੂੰ ਖਰਾਬ ਕਰਦੀਆਂ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਵੀ ਇੰਡਸਟਰੀ ਦੇ ਵਿੱਚ। ਸੋ ਨੈਕਸਟ ਇਜ਼ subordination of individual interest। सबॉर्डिनेशन ऑफ इंडिविजुअल इंटरस्ट तो जनरल इंटरस्ट भी कह सकते हैं इन्हों। ਇਹਦਾ ਮਤਲਬ ਕੀ ਹੈ, ਇੰਟਰਸਟ ਆਫ ਇੰਡੀਵਿਜੂਅਲ ਨੇ ਜੋ ਉਹ ਆਰਗੇਨਾਈਜੇਸ਼ਨ ਦੇ ਇੰਟਰਸਟ ਦੇ ਉੱਪਰ ਨਹੀਂ ਆਣੇ ਚਾਹੀਦੇ। ਫੋਰ ਐਗਜ਼ਾਮਪਲ ਅਗਰ ਇੱਕ ਮੈਨੇਜਰ ਨੇ 50 ਟਨ ਰॉ ਮਟੀਰੀਅਲ ਪਰਚੇਜ਼ ਕਰਨਾ ਹੈ ਆਪਣੀ ਇੰਡਸਟਰੀ ਦੇ ਲਈ ਤੇ ਉਹਦਾ ਜਿਹੜਾ ਸਨ ਹੈ ਜਾਂ ਉਹਦਾ ਜੋ ਰਿਲੇਟਿਵ ਹੈ ਉਹ ਸਪਲਾਇਰ ਹੈ ਬਾਕੀ ਅਦਰ ਸਪਲਾਇਰਸ ਦੇ ਨਾਲ। ਸੋ ਮੈਨੇਜਰ ਅਗਰ ਆਪਣੇ ਰਿਲੇਟਿਵ ਤੋਂ ਆਪਣੇ ਸਨ ਦੇ ਕੋਲੋਂ ਇਹ ਮਟੀਰੀਅਲ ਖਰੀਦਦਾ ਹੈ ਐਟ ਹਾਇਰ ਰੇਟ ਤੇ ਜੋ ਮਾਰਕੀਟ ਦੇ ਵਿੱਚ ਰੇਟ ਚੱਲਦਾ ਪਿਆ ਉਸ ਤੋਂ ਵੀ ਹਾਇਰ ਰੇਟ ਤੇ, ਤਾਂ ਇਹ ਮੈਨੇਜਰ ਲਈ ਪ੍ਰੋਫਿਟ ਹੋਏਗਾ, ਆਰਗੇਨਾਈਜੇਸ਼ਨ ਦੇ ਲਈ ਨਹੀਂ ਹੋਏਗਾ। ਸੋ ਇਹ ਚੀਜ਼ਾਂ ਹੈ ਜਿਹੜੀਆਂ ਇਹਨਾਂ ਦਾ ਵੀ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ। ਸੋ ਨੈਕਸਟ ਇਜ਼ ਸਕੇਲਰ ਚੇਨ। ਸਕੇਲਰ ਚੇਨ ਦਾ ਮਤਲਬ ਹੈ ਲਾਈਨ ਆਫ ਅਥਾਰਟੀ from top to bottom level ranks। so ਸਾਰੇ ਮੈਸੇजेस ਰਿਕੁਐਸਟ ਐਂਡ ਐਕਸਪਲੇਨੇਸ਼ਨ ਸਕੇਲਰ ਚੇਨ ਦੀ ਹੈਲਪ ਦੇ ਨਾਲ ਹੀ ਪਾਸ ਹੁੰਦੇ ਨੇ। ਲਾਈਕ ਤੁਹਾਨੂੰ ਜੇ ਕੋਈ ਇੰਪੋਰਟੈਂਟ ਮੈਸੇਜ ਪਾਸ ਹੁੰਦਾ ਹੈ ਤਾਂ ਉਹ ਪ੍ਰਿੰਸੀਪਲ ਦੇ ਥਰੂ ਹੈਡਸ ਤੱਕ ਪਹੁੰਚਦਾ ਹੈ, ਹੈਡਸ ਤੋਂ ਫਿਰ ਅੱਗੇ ਸਟਾਫ ਤੱਕ ਪਹੁੰਚਦਾ ਹੈ, ਸਟਾਫ ਤੋਂ ਬਾਅਦ ਫਿਰ ਇੰਚਾਰਜਿਸ ਨੇ ਜੋ ਤੁਹਾਨੂੰ ਮੈਸੇਜ ਪਾਸ ਕਰ ਦਿੰਦੇ ਨੇ। ਸੋ ਨੈਕਸਟ ਇਜ਼ ਇਨੀਸ਼ੀਏਟਿਵ। ਇਨੀਸ਼ੀਏਟਿਵ ਦਾ ਮਤਲਬ ਹੈ ਕੋਈ ਨਵਾਂ ਜਾਂ ਐਡੀਸ਼ਨਲ ਵਰਕ ਆ ਉਹਨੂੰ ਸਟਾਰਟ ਕਰਨਾ ਬਟ ਅਥਾਰਟੀ ਐਂਡ ਡਿਸਿਪਲਿਨ ਦੀਆਂ ਲਿਮਿਟਸ ਦੇ ਅੰਡਰ। ਨੈਕਸਟ ਇਜ਼ ਸਟੇਬਿਲਿਟੀ। ਸਟੇਬਿਲਿਟੀ ਦਾ ਮਤਲਬ ਹੈ ਇੰਪਲੋਇਜ਼ ਦਾ ਜਿਹੜਾ ਕੰਮ ਹੈ ਅੱਛਾ ਉਦੋਂ ਹੀ ਹੋਏਗਾ ਜਦੋਂ ਉਹਨਾਂ ਨੂੰ ਜੌਬ ਸਿਕਿਉਰਿਟੀ ਐਂਡ ਕੈਰੀਅਰ ਪ੍ਰੋਗਰੈਸ ਅਸ਼ੋਰ ਕੀਤੀ ਜਾਵੇ। ਫੋਰ ਐਗਜ਼ਾਮਪਲ ਅਗਰ ਇੰਪਲੋਈ ਨੂੰ ਕੰਪਨੀ ਦੇ ਵਿੱਚ ਅੱਛਾ ਟਰੀਟ ਨਾ ਕੀਤਾ ਜਾਵੇ ਜਾਂ ਫਿਰ ਉਹਨੂੰ ਅਨਹੈਲਦੀ ਇਨਵਾਇਰਮੈਂਟ ਮਿਲੇ ਤਾਂ ਉਹ ਜ਼ਿਆਦਾ ਦੇਰ ਕੰਪਨੀ ਦੇ ਵਿੱਚ ਕੰਮ ਨਹੀਂ ਕਰਦੇ। ਸੋ ਐਜ਼ ਸੂਨ ਐਜ਼ ਜਿੱਦਾਂ ਹੀ ਉਹਨਾਂ ਨੂੰ ਕੋਈ ਨਵੀਂ ਓਪਰਚੁਨਿਟੀ ਮਿਲਦੀ ਹੈ ਸੋ ਉਹ ਨਵੀਂ ਜੌਬ ਪਲੇਸ ਦੇ ਵਿੱਚ ਮੂਵ ਕਰ ਜਾਂਦੇ ਨੇ। ਸੋ ਲਾਸਟ ਇਜ਼ ਐਸਪਿਰਿਟ ਡੀ ਕਾਰਪਸ। ਇਹਦਾ ਮਤਲਬ ਹੈ ਵਰਕਰਸ ਨੂੰ ਇੰਸਪਾਇਰ ਕਰਨਾ ਟੂ ਵਰਕ ਹਾਰਡਰ ਫॉर ਟੀਮ ਸਪਿਰਿਟ। ਸੋ ਇਹ ਸੀ ਪ੍ਰਿੰਸੀਪਲਸ ਆਫ ਮੈਨੇਜਮੈਂਟ। ਨੈਕਸਟ ਅਸੀਂ ਸਟਾਰਟ ਕਰਾਂਗੇ ਆਰਗੇਨਾਈਜੇਸ਼ਨ ਦੇ ਬਾਰੇ। ਸੋ thank you।